ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ 7ਵੀਂ ਜਮਾਤ ਦੀ ਪਾਠ ਪੁਸਤਕ ਮਾਨਕ ਮਾਲਾ ਭਾਗ 2 ਦਾ 11ਵਾਂ ਅਧਿਆਏ ਸਭ ਤੋਂ ਗਰੀਬ ਆਦਮੀ ਪੜ੍ਹ ਰਹੇ ਹਾਂ। ਆਓ ਸ਼ੁਰੂ ਕਰਦੇ ਹਾਂ। ਇੱਕ ਵਾਰ ਇੱਕ ਨਾਗਾ ਸਾਧੂ ਕਿਸੇ ਪਿੰਡ ਕੋਲੋਂ ਲੰਘ ਰਿਹਾ ਸੀ। ਉਸਨੇ ਰਾਹ ਵਿੱਚ ਇੱਕ ਪੈਸਾ ਡਿੱਗਾ ਪਿਆ ਵੇਖਿਆ। ਡਿੱਗਾ ਦਾ ਅਰਥ ਹੁੰਦਾ ਹੈ ਗਿਰਾ ਹੁਆ ਦੇਖਾ। ਪਹਿਲਾਂ ਤਾਂ ਉਹ ਅੱਗੇ ਲੰਘ ਗਿਆ ਮਤਲਬ ਆਗੇ ਨਿਕਲ ਗਿਆ ਕਿ ਪੈਸੇ ਨਾਲ ਉਹਦਾ ਕੀ ਵਾਸਤਾ। ਪਰ ਫਿਰ ਉਹਨੇ ਇਹ ਸੋਚ ਕੇ ਪੈਸਾ ਚੁੱਕ ਲਿਆ ਕਿ ਲਕਸ਼ਮੀ ਦੀ ਇਸ ਤਰ੍ਹਾਂ ਨਿਕਦਰੀ ਕਰਨੀ ਠੀਕ ਨਹੀਂ। ਪੈਸੇ ਨੂੰ ਸਾਧੂ ਨੇ ਆਪਣੀ ਮੁੱਠੀ ਵਿੱਚ ਘੁੱਟ ਲਿਆ ਤੇ ਸੋਚਣ ਲੱਗਾ, ਮੇਰੇ ਤਾਂ ਇਹ ਕਿਸੇ ਕੰਮ ਦਾ ਨਹੀਂ, क्यों ना ये पैसा किसी सब तो गरीब आदमी नू दे दिता जावे। कोई साधु कहीं से निकला जा रहा था, रास्ते में उसे एक पैसा दिखता है नीचे गिरा हुआ पड़ा, तो वो पहले तो उठाता नहीं है क्योंकि वो सोचता है कि मैं तो साधु हूँ, मुझे पैसे का कोई काम नहीं है। फिर वो ये सोच के उठा लेता है कि लक्ष्मी की इस तरह निकदरी नहीं करनी चाहिए। फिर नागा साधु नागा इसलिए बोला जाता है वो इतने ज़्यादा कि कपड़े नहीं पहनते हैं। नागा किसी गरीब आदमी की तलाश करन लगा। थोड़ी दूर गया तो उन्हें एक फकीर सामने आंदिया वेख्या। गल विच एक पुराना चोला सी। उसने उन्हों रंग बिरंगियां टाकियां नाल थां थां तो गंढिया होया सी। उसने गल दे विच उसने देखदा है कि एक फकीर सामने आ रहा हुंदा है। उसके गल विच पुराना चोला हुंदा है, उसते रंग बिरंगियां टाकियां लगियां हुंदियां हन अते लक दुआले एक मैली खलट जही चादर बन्नी हुई सी। गल विच मणकियां दी माला सी, हत्थ विच खप्पर। फकीर दे चेहरे उत्ते मुस्कुराहट खेड रही सी। फकीर नूं देख के नागा सोचण लगा, ये फकीर तां है पर सब तो वध गरीब नहीं हो सकदा। गरीब दे चेहरे उत्ते सहज मुस्कान नहीं हुंदी, ये तां अंदरों संतुष्ट है। साधु ने सोचा था कि वो जो पैसा होगा वो सबसे गरीब आदमी को देगा। जो वो उस गरीब आदमी को ढूंढने के लिए निकलता है तो रास्ते में उसे एक फ़कीर आता दिखता है। तो देखता है फ़कीर ने पुराने कपड़े पहने होते हैं, फटे पुराने, उसके गले में माला होती है पर उसके चेहरे पे मुस्कुराहट होती है। ये सोच के वो ये पैसा उसे नहीं देता क्योंकि वो तो उसे लगता है कि ये गरीब कैसे हो सकता है, ये तो मुस्कुरा रहा है, ये अंदर से संतुष्ट है। फिर आगे देखते हैं, ਇਹ ਤਾਂ ਅੰਦਰੋਂ ਸੰਤੁਸ਼ਟ ਹੈ। ਨਾਗਾ ਸ਼ਹਿਰ ਵੱਲ ਤੁਰਦਾ ਗਿਆ। ਰਾਹ ਵਿੱਚ ਇੱਕ ਮੰਦਰ ਆਇਆ। ਮੰਦਰ ਦੇ ਸਾਹਮਣੇ ਕਈ ਮੰਗਤੇ ਬੈਠੇ ਹੋਏ ਸਨ। ਕੋਈ ਲੁੱਲਾ ਸੀ, ਕੋਈ ਲੰਗੜਾ ਤੇ ਕੋਈ ਅੰਨਾ। ਮੰਦਰ ਦੇ ਅੰਦਰ ਆਉਂਦੇ ਜਾਂਦੇ ਸ਼ਰਧਾਲੂ ਇਹਨਾਂ ਮੰਗਤਿਆਂ ਨੂੰ ਦੋ ਪੈਸੇ ਦੇ ਜਾਂਦੇ। ਮੰਗਤਿਆਂ ਦੇ ਸਾਹਮਣੇ ਪੈਸੇ ਖਿਲਰੇ ਪਏ ਸਨ। ਖਿਲਰੇ ਮਤਲਬ ਬਿਖਰੇ ਹੋਏ। ਜਿਨ੍ਹਾਂ ਲੋਕਾਂ ਦੇ ਅੱਗੇ ਪੈਸਿਆਂ ਦਾ ਇਉਂ ਖਿਲਾਰਾ ਪਿਆ ਹੋਏ ਉਹ ਕਿਵੇਂ ਗਰੀਬ ਹੋ ਸਕਦੇ ਨੇ। ਨਾਗੇ ਸਾਧੂ ਨੇ ਸੋਚਿਆ ਅਤੇ ਪੈਸੇ ਨੂੰ ਮੁੱਠੀ ਵਿੱਚ ਘੁੱਟ ਕੇ ਫੜ ਲਿਆ ਕਿ ਕਿਧਰੇ ਤਿਲਕ ਕੇ ਡਿੱਗ ਨਾ ਪਏ। ਉੱਥੋਂ ਨਾਗਾ ਅੱਗੇ ਤੁਰ ਗਿਆ। ਸ਼ਹਿਰ ਦੇ ਬਾਹਰ ਉਸਨੇ ਇੱਕ ਮਜ਼ਦੂਰ ਨੂੰ ਮਿੱਟੀ ਢੋਂਦੇ ਵੇਖਿਆ। ਉਹ ਉਹਦੇ ਪਿੰਡੇ ਤੇ ਲੀਰਾਂ ਲਮਕ ਰਹੀਆਂ ਸਨ। ਲੀਰਾਂ मतलब छोटी छोटी कपड़े के जो टुकड़े होते हैं। पता नहीं इस बेचारे ने सवेर का कुछ खाधा भी है कि नहीं। नागे ने सोचा इस तो वध कौन गरीब होना है। नागे साधु ने अगे वध के उसनों पैसा देना चाहया पर अचानक साधु की नज़र ਉਹਦੇ चेहरे ते बिखरे मुड़के ते पै गई। मुड़का मतलब पसीना। ਉਹਦੇ ਮੂੰਹ ਤੇ ਪਸੀਨੇ ਦੀਆਂ ਨਿੱਕੀਆਂ ਬੂੰਦਾਂ ਮੋਤੀਆਂ ਵਾਂਗ ਚਮਕ ਰਹੀਆਂ ਸਨ। ਜਿਸ ਦੇ ਚਿਹਰੇ ਤੇ ਪਸੀਨੇ ਦੀਆਂ ਬੂੰਦਾਂ ਲਿਸ਼ਕਣ ਉਹ ਕਦੇ ਗਰੀਬ ਨਹੀਂ ਹੋ ਸਕਦਾ। ਮੁੜਕਾ ਤਾਂ ਸੋਨੇ ਦੇ ਭਾਅ ਤੁਲਣਾ ਚਾਹੀਦਾ ਹੈ। ਇਹ ਗੱਲ ਸੋਚ ਕੇ ਨਾਗਾ ਸਾਧੂ ਪੈਸਾ ਮੁੱਠ ਵਿੱਚ ਘੁੱਟ ਆਪਣੀ ਕੁਟੀਆ ਵੱਲ ਤੁਰ ਪਿਆ। अगले दिन फिर वो गरीब आदमी को ढूंढने के लिए बाहर निकलता है। तो नागा साधु तुरदा गया। अचानक साधु ਨੂੰ ਦੂਰੋਂ ਸ਼ਾਹੀ ਸਵਾਰੀ ਆਉਂਦੀ ਵਿਖਾਈ ਦਿੱਤੀ। ਰਾਜਾ ਪਾਲਕੀ ਵਿੱਚ ਬੈਠਾ ਆਪਣੇ ਸਿਪਾਹੀਆਂ ਨਾਲ ਕਿਧਰੇ ਜਾ ਰਿਹਾ ਸੀ। ਸਿਪਾਹੀ ਘੋੜਿਆਂ ਉੱਤੇ ਸਵਾਰ ਸਨ। ਇੱਕ ਸਿਪਾਹੀ ਅੱਗੇ ਤੁਰਦਾ ਲੋਕਾਂ ਨੂੰ ਰਸਤੇ ਵਿੱਚੋਂ ਹਟਾ ਰਿਹਾ ਸੀ। ਇੱਕ ਸਿਪਾਹੀ ਨੇ ਨਾਗੇ ਸਾਧੂ ਨੂੰ ਰਸਤੇ ਵਿੱਚੋਂ ਇੱਕ ਪਾਸੇ ਹੋ ਜਾਣ ਵਾਸਤੇ ਆਖਿਆ ਤਾਂ ਸਾਧੂ ਨੇ ਪੁੱਛਿਆ, ਇਹ ਸ਼ਖਸ ਕੌਣ ਹੈ ਅਤੇ ਕਿੱਧਰ ਜਾ ਰਿਹਾ ਹੈ। ਇਹ ਸਾਡੇ ਦੇਸ਼ ਦਾ ਰਾਜਾ ਏ। ਇਹ ਸਿਪਾਹੀ ਉਸਨੂੰ ਦੱਸਦਾ ਹੈ ਕਿ ਇਹ ਸਾਡੇ ਦੇਸ਼ ਦਾ ਰਾਜਾ ਹੈ। ਸਿਪਾਹੀ ਨੇ ਦੱਸਿਆ ਅਤੇ ਇਹ ਗੁਆਂਢੀ ਮੁਲਕ ਉੱਤੇ
ਧਾਵਾ ਬੋਲਣ ਵਾਸਤੇ ਜਾ ਰਿਹਾ ਹੈ। ਕੁਝ ਫੌਜ ਅੱਗੇ ਨਿਕਲ ਗਈ ਹੈ ਤੇ ਕੁਝ ਪਿੱਛੇ ਆ ਰਹੀ ਹੈ। ਨਾਗਾ ਸਾਧੂ ਇੱਕ ਪਾਸੇ ਖੜਾ ਹੋ ਗਿਆ। ਉਹਦੀਆਂ ਅੱਖਾਂ ਸਾਹਮਣੇ ਲੜਾਈ ਦੀ ਝਾਕੀ ਘੁੰਮਣ ਲੱਗੀ। ਘਮਸਾਨ ਯੁੱਧ, ਲਾਸ਼ਾਂ ਦੇ ਢੇਰ, ਧਰਤੀ ਉੱਤੇ ਲਹੂ ਤੇ ਮਿੱਝ ਬਿਖਰੀ ਹੋਈ, ਗਿਰਜਾਂ ਮੁਰਦਿਆਂ ਉੱਤੇ ਝਪਟਦੀਆਂ। ਇਹ ਦੇਖ ਕੇ ਉਸ ਸਾਧੂ ਨੂੰ ਬਹੁਤ ਦੁੱਖ ਲੱਗਦਾ ਹੈ। ਨਾਗਾ ਸਾਧੂ ਸੋਚਣ ਲੱਗਾ, ਚੱਪਾ ਕੂ ਧਰਤੀ ਵਾਸਤੇ ਜੋ ਰਾਜਾ ਵਿਆਕੁਲ ਹੋਵੇ, ਮਨੁੱਖਾਂ ਦਾ ਲਹੂ ਡੋਲਣ ਵਾਸਤੇ ਤਿਆਰ ਹੋ ਜਾਵੇ, ਉਹ ਤਾਂ ਬਹੁਤ ਗਰੀਬ ਹੀ ਹੋਏਗਾ, ਸ਼ਾਇਦ ਸਭ ਤੋਂ ਵੱਧ ਗਰੀਬ। ਜਦੋਂ ਰਾਜਾ ਨਾਗੇ ਸਾਧੂ ਦੇ ਕੋਲੋਂ ਲੰਘਿਆ ਤਾਂ ਸਾਧੂ ਨੇ ਉਹ ਪੈਸਾ ਉਹਦੇ ਵੱਲ ਵਗਾ ਸੁੱਟਿਆ। ਵਗਾ ਮਤਲਬ ਦੂਰ ਸੇ ਫੇਂਕ ਦਿਆ। ਸਿਪਾਹੀਆਂ ਨੇ ਸਾਧੂ ਨੂੰ ਰਾਜੇ ਵੱਲ ਕੋਈ ਚੀਜ਼ ਸੁੱਟਦਿਆਂ ਵੇਖ ਕੇ ਫੜ ਲਿਆ ਅਤੇ ਰਾਜੇ ਅੱਗੇ ਜਾ ਹਾਜ਼ਰ ਕੀਤਾ। ਤੂੰ ਮੇਰੇ ਵੱਲ ਕੀ ਸੁੱਟਿਆ ਸੀ? ਰਾਜੇ ਨੇ ਅੱਖਾਂ ਲਾਲ ਕਰਦੇ ਹੋਏ ਪੁੱਛਿਆ। ਮੈਂ ਤਾਂ ਇੱਕ ਪੈਸਾ ਸੁੱਟਿਆ ਸੀ। ਪਰ ਕਿਉਂ? ਇਹ ਪੈਸਾ ਮੈਨੂੰ ਰਾਹ ਵਿੱਚ ਪਿਆ ਲੱਭਾ ਸੀ। ਲੱਭਾ ਮਤਲਬ ਮਿਲਾ ਥਾ। ਮੈਂ ਨਾਗਾ ਸਾਧੂ ਹਾਂ, ਇਹ ਮੇਰੇ ਕਿਸੇ ਕੰਮ ਦਾ ਨਹੀਂ। ਮੈਂ ਸੋਚਿਆ ਜਿਹੜਾ ਸਭ ਤੋਂ ਗਰੀਬ ਆਦਮੀ ਟੱਕਰੇਗਾ ਉਹਨੂੰ ਦੇ ਦਿਆਂਗਾ। ਫਿਰ ਰਾਜੇ ਦੀ ਦਿਲਚਸਪੀ ਜਾਗ ਪਈ। ਅੱਜ ਤੁਹਾਨੂੰ ਵੇਖਿਆ, ਤੁਸੀਂ ਦੂਜੇ ਮੁਲਕ ਉੱਤੇ ਹਮਲਾ ਕਰਨ ਲਈ ਜਾ ਰਹੇ ਸੀ। ਮੈਂ ਤੁਹਾਡੇ ਵੱਲ ਸੁੱਟ ਦਿੱਤਾ। ਪਰ ਮੈਂ ਸਭ ਤੋਂ ਗਰੀਬ ਕਿਵੇਂ ਹੋਇਆ? ਜਿਹੜਾ ਆਦਮੀ ਚੱਪਾ ਕੁ ਜ਼ਮੀਨ ਲਈ ਲਹੂ ਦੀਆਂ ਨਦੀਆਂ ਵਗਾਉਣ ਲਈ ਤਿਆਰ ਹੋ ਜਾਏ, ਉਹ ਗਰੀਬ ਨਹੀਂ ਤਾਂ ਹੋਰ ਕੀ ਹੋ ਸਕਦਾ? ਰਾਜਾ ਬੜਾ ਸ਼ਰਮਿੰਦਾ ਹੋਇਆ ਤਾਂ ਉਸੇ पैर अपने महलों वाल परत गया। इस कहानी में हमें ये शिक्षा मिलती है कि सबसे पहले क्या होता है कि साधु किसी गरीब आदमी को ढूंढता है, उसे कोई नहीं मिलता। वो बारी बारी से वो देखता है, बहुत सारे लोग उसे मिलते हैं पर वो उसे गरीब नहीं लगते। तो सबसे गरीब उसे राजा लगता है। राजा इसलिए लगता है क्योंकि वो उसको कोई ज़मीन के लिए ही वो अपने पड़ोसी मुल्क से लड़ने के लिए जा रहा होता है। आओ हुण असीं इसदे औखे शब्दां दे अर्थ करते हैं। लंघना, गुजरना। लंघना मतलब वो इसमें आया है कि लंघ रहा सी, मतलब गुजर रहा था। निकदरी, निरादर, बेकदरी। मुड़का, पसीना, टाकी, कपड़े दा टुकड़ा। व्याकुल, बेचैन, खिलरना, विखरना। धावा बोलना, हमला करना। लीरा, कातरा। गंढिया, सिलाई कीता होया। गंढिया मतलब हत्थ नाल सिलाई कीता होया। अभ्यास दे प्रश्न उत्तर। हेठ लिखे प्रश्नां दे उत्तर दिओ। साधु ने राह विच की पिया वेख्या? साधु ने राह विच एक पैसा पिया वेख्या। साधु ने पैसा की सोच के चुक्या? साधु ने पैसा ये सोच के चुक लिया कि किसी सब तो गरीब आदमी नूं दे देंगा। साधु ने ये सोचा सी कि लक्ष्मी की निकदरी नहीं करनी चाहिए ते वो सब तो गरीब आदमी नूं उस पैसे नूं दे देवेगा। साधु ने लभ्या पैसा किस नूं देण दा फैसला किया? सब तो गरीब आदमी नूं। हेठ लिखे प्रश्नां दे एक एक वाक विच उत्तर दिओ। फकीर दा पहरावा किहो जिहा सी? फकीर दे गल चोला पाया होया सी जो कि रंग बिरंगियां टाकियां नाल गंढिया होया सी। उसदे गल दे विच माला सी। लक दे नाल एक पुरानी चादर, मैली चादर बन्नी हुई सी अते हत्थ विच उसदे खप्पर सी। फकीर ने साधु नूं वेख के की सोचिया? फकीर नूं देख के साधु ने की सोचा? फकीर नूं देख के साधु ने सोचा कि जिस दे चेहरे ते मुस्कुराहट होवे वो गरीब किवें हो सकदा? ये तां अपने आप तो संतुष्ट है। मंदिर कोल पहुँच के साधु ने की देखा? जब मंदिर के पास साधु जाता है तो देखता है कि बहुत सारे वहाँ पे भिखारी बैठे होते हैं, मंगते बैठे होंगे हैं। उनके आगे पैसे बिखरे होते हैं जो आते जाते श्रद्धालु उन्हें दे जाते हैं। साधु नूं सब तो गरीब कौन लग्या? साधु नूं सब तो गरीब राजा लग्या। हेठ लिखे प्रश्नां दे उत्तर विस्तार विच दिओ। साधु ने मंदिर अगे बैठे मंगतियां नूं पैसा क्यों नहीं दिता? क्योंकि साधु देखदा है कि मंगतियां अगे पैसे खिलरे पए हुए हैं तो वह सोचता है कि ये गरीब नहीं हो सकते। मजदूर दा मुड़का वेख के साधु ने की सोचा? मजदूर दा मुड़का वेख के साधु ने सोचा कि उस मजदूर के चेहरे ते मुड़के दियां निक्कियां बूंदां चमक रही सन। तो वह देख के साधु सोचता है कि जिस दे चेहरे ते पसीना होवे तो वह गरीब नहीं हो सकता क्योंकि मुड़का तां सोने दे भाव विकदा है। साधु नूं राजा सब तो गरीब क्यों लग्या?
साधु ਨੂੰ राजा सब तो गरीब इसलिए लग्या क्योंकि जो आदमी ਚੱਪਾ ਕੁ ਜ਼ਮੀਨ ਲਈ ਲੋਕਾਂ ਦੀਆਂ ਜਾਨਾਂ ਲਵੇ ਉਹ ਗਰੀਬ ਨਹੀਂ ਤਾਂ ਹੋਰ ਕੀ ਹੋ ਸਕਦਾ। ਰਾਜਾ ਵਾਪਿਸ ਕਿਉਂ ਪਰਤ ਗਿਆ? ਰਾਜਾ ਸ਼ਰਮਿੰਦਾ ਹੋਇਆ ਵਾਪਿਸ ਪਰਤ ਗਿਆ ਕਿਉਂਕਿ ਜਦੋਂ ਉਸਨੇ ਸਾਧੂ ਨੇ ਉਸਨੂੰ ਕਿਹਾ ਕਿ ਤੂੰ ਥੋੜ੍ਹੀ ਜਿਹੀ ਜ਼ਮੀਨ ਲਈ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ, ਇਸ ਲਈ ਉਸਨੂੰ ਬਹੁਤ ਸ਼ਰਮਿੰਦਗੀ ਹੁੰਦੀ ਹੈ। ਅੱਗੇ ਦੇਖਦੇ ਹਾਂ, ਹੇਠ ਲਿਖੇ ਵਾਕਾਂ ਵਿੱਚ ਸਹੀ ਵਾਕ ਅੱਗੇ ਸਹੀ ਅਤੇ ਗਲਤ ਵਾਕ ਅੱਗੇ ਗਲਤ ਦਾ ਨਿਸ਼ਾਨ ਲਗਾਓ। ਸਾਧੂ ਨੇ ਰਸਤੇ ਵਿੱਚ ਇੱਕ ਪੈਸਾ ਪਿਆ ਵੇਖਿਆ, ਇਹ ਹੈ सही। मंदिर के सामने कई शाहूकार बैठे सन, नहीं ये गलत है क्योंकि मंदिर के सामने कई मंगते बैठे सन। मंगते यानी कि भिखारी। साधु नूं दूरों शाही सवारी आउंदी विखाई दिती, राइट। राजा गुआढ़ी मुल्क नाल दोस्ती करन जा रहा सी, गलत क्योंकि राजा गुआढ़ी मुल्क नाल दोस्ती नहीं सगों लड़ाई करन जा रहा सी। राजा बड़ा शर्मिंदा होया, राइट। साधु ने राजे वाल अपना कमंडल वगा के मारिया, गलत क्योंकि साधु ने राजे वाल एक पैसा वगा के मारिया सी। फिर अगे वाकां विचलियां खाली थावां लई दिते गए 4 विकल्पां विचों 4 यानी कि 4 सही विकल्प चुन के खाली थावां भरो। साधु दे गल विच सी, साधु दे गल विच सी पाटिया झग्गा, तकलीफ, मणकियां दी माला, सुर। ਤਾਂ ਸਾਧੂ ਨੇ ਗਲ ਵਿੱਚ ਪਾਇਆ ਸੀ ਮਣਕਿਆਂ ਦੀ ਮਾਲਾ। ਮੰਗਤਿਆਂ ਦੇ ਸਾਹਮਣੇ ਪੈਸੇ खिलरे पए सन, खिलरे यानी कि बिखरे हुए। ऐसा तो यहाँ पे ये तो आएगा नहीं मंगतियां दे सामने पैसे नच रहे सन या गायब हो रहे सन या नहीं, ये सब नहीं आएगा। तो इसका राइट आंसर होगा खिलरे पए भाव बिखरे हुए सन। फिर नेक्स्ट मजदूर ते मूँह ते पसीने दियां डैश मोतियां वांग डैश रहियां सन, लड़ियां लमक रहियां सन, ये भी नहीं आएगा। धारा फुट, ये भी नहीं आएगा। वड्डियां बूंदां, ये भी नहीं आएगा। मजदूर दे चेहरे मूँह ते पसीने दियां निक्कियां बूंदां चमक रहियां सन। सिपाहियां ने साधु नूं राजे वल कोई चीज़ सुटदिया वेख के भजा दिता, फड़ लिया, छड्ड दिता, शाबाश दिती। इसका राइट आंसर होगा फड़ लिया। इस तरह हमने आज इस चैप्टर को पढ़ा है और उसके प्रश्न उत्तर किए हैं। मैं लिख के भी इन प्रश्न उत्तरों को आपको करवा दूंगी, आपको ये सब करने हैं। धन्यवाद।